ਤੁਸੀਂ ਦੇਖ ਰਹੇ ਹੋ A9 ਨਿਊਜ਼ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖਾ ਬਸ਼ਰ ਤੇ ਆਪਾਂ ਬਿਲਕੁਲ ਫੇਰ ਖੜੇ ਹਾਂ ਜੀ ਨੂਰ ਮਹਿਲ ਦੀ ਨਵੀਂ ਦਾਣਾ ਮੰਡੀ ਦੇ ਵਿੱਚ, ਜਿੱਥੇ ਕਿ ਹਲਕਾ ਨਕੋਦਰ ਤੋਂ ਐਮਐਲਏ ਸਰਦਾਰ ਗੁਰਪ੍ਰਤਾਪ ਸਿੰਘ ਜੀ ਬਡਾਲਾ ਸਾਹਿਬ ਮੰਡੀਆਂ ਦਾ ਦੌਰਾ ਕਰਨ ਲਈ ਅੱਜ ਨੂਰ ਮਹਿਲ ਪਹੁੰਚੇ ਆ। ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ। ਜਿਵੇਂ ਸਭ ਤੋਂ ਵੱਡੀ ਇੱਕ ਪਹਿਲਾਂ ਪ੍ਰੋਬਲਮ ਆ ਰਹੀ ਹੈ ਜੀ ਵੀ ਜਿਹੜਾ ਬਾਰਦਾਨੇ ਨੂੰ ਲੈ ਕੇ ਬਹੁਤ ਸ਼ਾਰਟੇਜ ਆ ਜੀ, ਉਹਦੇ ਬਾਰੇ ਕੀ ਕਹਿਣਾ? ਇਦਾਂ ਹੈ ਜੀ ਬਈ ਇਹ ਤਾਂ ਹੁਣ ਸਾਰੇ ਗੱਲ ਪੰਜਾਬ ਵਿੱਚ ਜਗ ਜ਼ਾਹਰ ਆ ਕਿ ਪੰਜਾਬ ਸਰਕਾਰ ਕੋਲੋਂ ਬਾਰਦਾਨੇ ਦਾ ਸਮੇਂ ਸਿਰ ਇੰਤਜ਼ਾਮ ਨਹੀਂ ਹੋਇਆ। ਬਾਰਦਾਨੇ ਦੀ ਬਹੁਤ ਕਿੱਲਤ ਆ। ਜਦੋਂ ਤੋਂ ਸੀਜ਼ਨ ਸਟਾਰਟ ਹੋਇਆ ਥੋੜ੍ਹਾ ਬਹੁਤਾ ਬਾਰਦਾਨਾ ਪਹਿਲਾਂ ਮਿਲਿਆ, ਕਿਸੇ ਮੰਡੀ 'ਚ 20% ਗਏ, 30% ਮਿਲਿਆ, ਉਸ ਤੋਂ ਬਾਅਦ ਬਾਰਦਾਨਾ ਨਹੀਂ ਮਿਲਿਆ ਅਤੇ ਬਹੁਤ ਜ਼ਿਆਦਾ ਆਪਣੇ ਪਰੇਸ਼ਾਨੀ ਆਈ ਆ ਆੜ੍ਹਤੀਆਂ ਨੂੰ, ਕਿਸਾਨਾਂ ਨੂੰ, ਸਾਰੇ ਆਪਣੇ ਜਿਹੜੇ ਮੰਡੀ ਦੇ ਕਾਰੋਬਾਰ ਕਰਦੇ ਉਹਨਾਂ ਨੂੰ। ਇਹਦੇ ਵਿੱਚ ਸਭ ਤੋਂ ਵੱਡੀ ਢਿੱਲ ਆ ਪੰਜਾਬ ਗੌਰਮੈਂਟ ਦੀ, ਬਿਕੋਜ਼ ਇਹਨਾਂ ਨੇ ਟੈਂਡਰ ਲਾਉਣਾ ਹੁੰਦਾ ਆ ਨਵੰਬਰ ਦਸੰਬਰ ਵਿੱਚ। ਇਹਦਾ ਜਿਹੜੀ ਹੈਗੀ ਆ ਗਨੀ ਬੈਗਸ ਦਾ ਜਿਹੜਾ ਬਾਰਦਾਨਾ ਆ ਜੂਟ ਦਾ, ਇਹਨਾਂ ਨੂੰ ਟੈਂਡਰ ਲਾਉਣਾ ਚਾਹੀਦਾ ਸੀ। ਪਤਾ ਨਹੀਂ ਕਿਉਂ ਨਹੀਂ ਲਾਇਆ। ਹੁਣ ਕੀ ਗੱਲ ਸੀ ਇਹਨਾਂ ਦੀ, ਕੀ ਮਜਬੂਰੀ ਸੀਗੀ, ਟੈਂਡਰ ਲੱਗਾ ਨਹੀਂ। ਉਸ ਤੋਂ ਬਾਅਦ ਫਿਰ ਜਦੋਂ ਬਾਰਦਾਨਾ ਦੀ ਆਪਣੇ ਆ ਗਈ ਕਮੀ ਆਈ, ਇਹਨਾਂ ਨੇ ਕਹਿਤਾ ਤੁਸੀਂ ਮਾਰਕੀਟ 'ਚੋਂ ਲਓ। ਆੜ੍ਹਤੀਆਂ ਨੇ ਵਿਚਾਰਿਆਂ ਨੇ ਕਣਕ ਤਾਂ ਭਰਨੀ ਸੀ, ਉਹਨਾਂ ਨੇ ਮਾਰਕੀਟ 'ਚੋਂ ਲਿਆ, ਉਹ ਵੀ ਮਹਿੰਗਾ ਮਿਲਿਆ। ਜਿਹੜਾ ਰੇਟ ਪੰਜਾਬ ਸਰਕਾਰ ਨੇ ਨਾਮਜ਼ਦ ਕੀਤਾ ਸੀ ਉਸ ਤੋਂ ਕਿਤੇ ਵੱਧ ਇਹਨਾਂ ਨੂੰ ਇੱਕ ਤਰ੍ਹਾਂ ਦਾ ਬਲੈਕ ਵਿੱਚ ਬਾਰਦਾਨਾ ਮਿਲ ਰਿਹਾ। ਫਿਰ ਜਿਹੜਾ ਉਹਨਾਂ ਸਰਕਾਰ ਨੇ ਜਿਹੜੀ ਪਲਾਸਟਿਕ ਦਾ ਬਾਰਦਾਨਾ ਲਿਆ, PPE ਬਾਰਦਾਨਾ, ਉਹਦਾ ਵੀ ਆਪਣੇ ਜਿੱਦਾਂ ਕਹਿ ਲਓ ਨਹੀਂ ਬੂਹੇ ਆਈ ਜਨ ਤੇ ਵਿੰਨਾ ਕੁੜੀ ਦੇ ਕੰਨ, ਸਰਕਾਰ ਨੇ ਕਣਕ ਇਸ ਤਰੀਕੇ ਨਾਲ ਚੱਕੀ ਆ। ਮਤਲਬ ਸਾਰੀ ਕ੍ਰਾਈਸਿਸ ਮੈਨੇਜਮੈਂਟ ਹੋ ਰਹੀ। ਹੁਣ ਕ੍ਰਾਈਸਿਸ ਦਾ ਖੜਾ ਹੋ ਗਿਆ ਪੰਜਾਬ 'ਚ। ਨਹੀਂ, ਕਣਕ ਦੀ ਫਸਲ ਤਾਂ ਹੁੰਦੀ ਆ ਸਾਰੀ 12-14 ਦਿਨਾਂ ਦੀ, ਉਹਦੀ ਹੁੰਦੀ ਆ ਮਹੀਨੇ ਸਵਾ ਮਹੀਨੇ ਦੀ ਜਾਂ 1.5 ਮਹੀਨੇ ਦੀ ਆਪਣੇ ਝੋਨੇ ਦੀ। ਇਹ ਤਾਂ ਫਟਾਫਟ ਕਣਕ ਚੱਕ ਕੇ ਤਾਂ ਪਤਾ ਨਹੀਂ ਲੱਗਦਾ ਕਦੋਂ ਸੀਜ਼ਨ ਮੁੱਕ ਗਿਆ। ਸੋ ਇਸ ਕਰਕੇ ਇਹਦੀ ਸਾਰੀ ਢਿੱਲ, ਇਹ ਸਾਰਾ ਜਿਹੜਾ ਪ੍ਰਬੰਧ ਨਹੀਂ ਇਹਨਾਂ ਨੇ ਕੀਤਾ, ਉਹਦੀ ਜ਼ਿੰਮੇਵਾਰੀ ਟੋਟਲ ਪੰਜਾਬ ਸਰਕਾਰ 'ਤੇ ਆ, ਜਾਂ ਜਿਹੜਾ ਫੂਡ ਐਂਡ ਸਿਵਲ ਸਪਲਾਈਜ਼ ਮਿਨਿਸਟਰ ਭਾਰਤ ਭੂਸ਼ਣ ਆਸ਼ੂ 'ਤੇ ਆ, ਉਹ ਜਵਾਬਦੇਹ ਆ। ਕੈਪਟਨ ਅਮਰਿੰਦਰ ਸਿੰਘ ਜਵਾਬਦੇਹ ਆ। ਠੀਕ ਆ, ਕਣਕ ਚੱਕੀ ਜਾਣੀ ਹੈ, ਪਰ ਜਿਵੇਂ ਮੀਂਹ ਪੈ ਗਿਆ ਕਣਕ ਰੁੜੀ, ਕਣਕ ਵਿੱਚ ਨਮੀ ਆ ਗਈ, ਬਹੁਤ ਸਾਰਾ ਆਪਣਾ ਜ਼ਿਮੀਂਦਾਰਾਂ ਦਾ ਜਿਹੜਾ ਫਸਲ ਖਰਾਬ ਹੋਈ, ਰੁੜ ਗਈ ਪਾਣੀ ਨਾਲ। ਨਾ ਇੱਥੇ ਤਰਪਾਲਾਂ ਸੀਗੀਆਂ, ਜਦੋਂ ਮੀਂਹ ਪੈ ਗਿਆ ਤਾਂ ਉਦੋਂ ਮਾਰਕੀਟ ਕਮੇਟੀ ਦੌੜਦੀ ਹੈ ਤਰਪਾਲਾਂ ਲਿਆਉਣ ਵਾਸਤੇ, ਵੀ ਤਰਪਾਲਾਂ ਲੈ ਕੇ ਆਓ। ਅਤੇ ਮਤਲਬ ਹਰ ਕੰਮ 'ਚੋਂ ਇਸ ਵਾਰੀ ਜਿਹੜੀ ਆ ਕਣਕ ਦੀ ਖਰੀਦ ਬਹੁਤ ਗਲਤ ਅਤੇ ਮਾੜੇ ਢੰਗ ਨਾਲ ਕੀਤੀ ਗਈ ਆ। ਉਸ ਤੋਂ ਅੱਗੇ ਜਿਹੜੀ ਪੇਮੈਂਟ ਆ। ਹਾਂਜੀ ਸਰ, ਇਹ ਜਿਹੜਾ ਮੇਨ ਇੱਕ ਸਵਾਲ ਇਹ ਸੀ ਵੀ ਪੇਮੈਂਟ ਨੂੰ ਲੈ ਕੇ ਜਿਹੜਾ ਕਾਫੀ ਮੁਸ਼ਕਲਾਂ ਆ ਰਹੀਆਂ ਜੀ ਆੜ੍ਹਤੀਆਂ ਨੂੰ ਵੀ, ਔਰ ਕਿਸਾਨਾਂ ਨੂੰ ਵੀ ਜਿਹੜੀਆਂ ਇਹਨਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਇਹਦੇ ਬਾਰੇ ਕੀ ਕਹਿਣਾ? ਦੇਖੋ, ਜਿਹੜਾ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਕੈਪਟਨ ਅਮਰਿੰਦਰ ਸਿੰਘ ਜੀ ਨੇ ਮੰਨ ਲਿਆ, DBT ਜਿਹਨੂੰ ਕਹਿੰਦੇ ਆ, ਵੀ ਸਿੱਧੇ ਪੈਸੇ ਕਿਸਾਨਾਂ ਦੇ ਖਾਤੇ 'ਚ ਆਉਣੇ। ਚਲੋ ਇਹਨਾਂ ਨੇ ਮੰਨ ਲਿਆ, ਨਾ ਮੰਨਣਾ ਨਹੀਂ ਸੀ ਚਾਹੀਦਾ। ਇਹਨਾਂ ਨੂੰ ਚਾਹੀਦਾ ਸੀ ਹੋਰ ਥੋੜ੍ਹਾ ਸਮਾਂ ਪਾ ਕੇ ਇਸ ਜਿਹੜਾ ਆਪਣਾ ਨਵਾਂ ਸਿਸਟਮ ਆ ਉਹਨੂੰ ਸੌਖਾ ਸਰਲ ਬਣਾਉਂਦੇ, ਉਹਨੂੰ ਪਾਰਦਰਸ਼ੀ ਬਣਾਉਂਦੇ, ਅਤੇ ਜਿਹੜੇ ਆੜ੍ਹਤੀਏ ਆ ਉਹਦੇ ਵਿੱਚ ਬਿਲਕੁਲ ਉਹ ਹੁੰਦੇ, ਉਹਨਾਂ ਨੂੰ ਚੰਗੀ ਤਰ੍ਹਾਂ ਸਿੱਖ ਲੈਂਦੇ, ਐਫੀਸ਼ੀਐਂਟ ਹੁੰਦੇ ਆੜ੍ਹਤੀਏ। ਆੜ੍ਹਤੀਆਂ ਤੋਂ ਜਿਹੜੇ ਅਕਾਊਂਟ ਆ ਜ਼ਿਮੀਂਦਾਰਾਂ ਦੇ ਰਜਿਸਟਰ ਨਹੀਂ ਹੋ ਰਹੇ, ਜੇ ਰਜਿਸਟਰ ਨਹੀਂ ਹੋ ਰਹੇ, ਅਪਲੋਡ ਨਹੀਂ ਹੋ ਰਹੇ, ਕਈ ਵਾਰੀ ਪੋਰਟਲ ਬੰਦ ਹੋ ਜਾਂਦਾ, ਬਹੁਤ ਦਿਨ ਪੋਰਟਲ ਬੰਦ ਰਿਹਾ। ਹੁਣ ਜੋ ਇੱਥੇ ਨੂਰ ਮਹਿਲ ਦੀ ਮੰਡੀ 'ਚ ਖੜੇ ਆ, ਸਾਰੇ ਇਹ ਦੱਸ ਰਹੇ ਜਿਹੜੀ FCI ਦੀ ਪੇਮੈਂਟ ਇੱਕ ਵੀ ਪੈਸਾ ਨਹੀਂ ਆਇਆ। ਅਸੀਂ ਉਧਰ ਨਕੋਦਰ ਦੀ ਮੰਡੀਆਂ 'ਚ ਗਏ ਹਫ਼ਤਾ ਪਹਿਲਾਂ, ਉੱਥੇ ਦੱਸਿਆ ਵੀ FCI ਦੀ ਕੋਈ ਪੇਮੈਂਟ ਨਹੀਂ ਆਈ। ਪੰਜਾਬ ਸਰਕਾਰ ਦੀਆਂ ਜਿਹੜੀਆਂ ਏਜੰਸੀਆਂ ਨੇ ਉਹਨਾਂ ਦੀਆਂ ਪੇਮੈਂਟਾਂ 2 ਆ ਗਈਆਂ। ਜਿਹੜੇ ਪਹਿਲਾਂ ਬਿੱਲ ਨੇ ਸ਼ੁਰੂ ਸੀਜ਼ਨ 'ਚ ਵਿਸਾਖੀ ਦੇ ਨੇੜੇ ਮੇਰੇ ਖਿਆਲ 13-14 ਦੇ ਬਿੱਲ ਆ, ਉਹਦੀ ਅਦਾਇਗੀ ਹੋ ਗਈ ਆ। ਆਫਟਰ ਦੈਟ ਪੰਜਾਬ ਸਰਕਾਰ ਦੀ ਵੀ ਜਿਹੜੀ ਬਿੱਲਾਂ ਦੀ ਅਦਾਇਗੀ ਨਹੀਂ ਹੋਈ। ਸੋ ਪੇਮੈਂਟ ਦੀ ਵੀ ਆਪਣੇ ਉਹਦੀ ਹੈਗੀ ਆ, ਡਿਲੇ ਆ, ਪੇਮੈਂਟ ਵੀ ਦੇਰੀ ਨਾਲ ਹੋ ਰਹੀ ਆ। ਤਾਂ ਕੋਈ ਕੰਮ ਨਹੀਂ ਇਸ ਵਾਰੀ ਕਣਕ ਦਾ ਸਹੀ ਤਰੀਕੇ ਨਾਲ ਸਰਕਾਰ ਕੋਲੋਂ ਹੋਇਆ। ਇਹ ਜ਼ਿੰਮੇਵਾਰੀ ਸਰਕਾਰ ਦੀ ਆ, ਪਰ ਕੈਪਟਨ ਸਾਹਿਬ ਨੂੰ ਕਿਸੇ ਨਾ ਕਿਸੇ ਦੇ ਸਿਰ 'ਤੇ ਪਾਉਣੀ ਚਾਹੀਦੀ ਆ। ਅਕਾਲੀ ਦਲ ਨੇ ਮੰਗ ਕੀਤੀ ਆ ਕਿ ਜਿਹੜਾ ਆਪਣੇ ਫੂਡ ਐਂਡ ਸਿਵਲ ਸਪਲਾਈਜ਼ ਮਿਨਿਸਟਰ ਹੈ ਭਾਰਤ ਭੂਸ਼ਣ ਆਸ਼ੂ, ਉਹਨੂੰ ਅਸਤੀਫਾ ਦੇਣਾ ਚਾਹੀਦਾ, ਜਾਂ ਕੈਪਟਨ ਸਾਹਿਬ ਨੂੰ ਕੱਢਣਾ ਚਾਹੀਦਾ ਉਹਨੂੰ ਆਪਣੇ ਵਜ਼ਾਰਤ 'ਚੋਂ, ਕਰਕੇ ਉਹਦੇ ਮਹਿਕਮੇ ਥੱਲੇ, ਉਹ ਨੱਕ ਥੱਲੇ ਸਾਰੀ ਆਪਣੀ ਤਿਆਰੀ ਸੀਗੀ ਹੋਣੀ, ਉਹਨੇ ਪ੍ਰਬੰਧ ਕਰਨੇ ਸੀਗੇ। ਇਸ ਕਰਕੇ ਕੋਈ ਨਾ ਕੋਈ ਕਿਸੇ ਨਾ ਕਿਸੇ 'ਤੇ ਜ਼ਿੰਮੇਵਾਰੀ ਪਾ ਕੇ, ਔਰ ਜਿਹੜਾ ਹੁਣ ਟਾਈਮ ਆਉਣ ਵਾਲਾ ਆ ਇਹਦੇ ਵਿੱਚ ਸਰਕਾਰ ਨੂੰ ਥੋੜ੍ਹਾ ਹਰਕਤ 'ਚ ਆਉਣਾ ਚਾਹੀਦਾ। ਸਰਕਾਰ ਥੋੜ੍ਹੇ ਆ ਕੇ ਮੰਡੀਆਂ 'ਚ ਅਫਸਰ ਆਉਣ, ਸਰਕਾਰ ਦੇ ਨੁਮਾਇੰਦੇ ਆਉਣ, ਏਜੰਸੀਆਂ ਦੇ ਬੰਦੇ ਆਉਣ, ਅਤੇ ਇੱਕ ਲੁੱਟ ਖਸੁੱਟ ਨਾ ਹੋਵੇ। ਇੱਕ ਵਾਰ ਫਿਰ ਮੈਂ ਕਹਿ ਰਿਹਾ, ਦੇਖੋ FCI ਜਿਹੜੀ ਆ ਉਹ ਵੀ ਆਪਣੇ ਧੱਕਾ ਕਰਦੀ ਆ ਪੰਜਾਬ ਦੇ ਕਿਸਾਨਾਂ ਨਾਲ, ਉਹ ਵੀ ਕਈ ਤਰ੍ਹਾਂ ਦੇ ਜਾਇਜ਼ ਨਜਾਇਜ਼ ਕੰਮ ਕਰਦੀ ਆ, ਅਤੇ ਐਵੇਂ ਆਪਣੇ ਦੂਜੀਆਂ ਏਜੰਸੀਆਂ ਵੀ ਕਰਦੀਆਂ ਆ। ਜੇ ਤੁਸੀਂ ਆੜ੍ਹਤੀਆਂ ਦਾ ਗਲ ਘੁੱਟੋਗੇ, ਆੜ੍ਹਤੀਆਂ ਨੇ ਗਾਂ ਕਿਸਾਨਾਂ ਦੇ ਬੋਝ ਪਾਉਣਾ ਆ।
ਅਲਟੀਮੇਟਲੀ ਤਾਂ ਕਿਸਾਨ ਦਾ ਆਪਣੇ ਨੁਕਸਾਨ ਹੁੰਦਾ। ਤੇ ਫਿਰ ਮਤਲਬ ਇੱਕੋ ਹੀ ਤਾਂ ਖੇਤਰ ਸੀ, ਮੰਡੀਆਂ ਆ ਪਵਿੱਤਰ ਮੰਡੀਆਂ ਸੀ ਪੰਜਾਬ ਦੀਆਂ, ਜਿੱਥੇ ਕਣਕ, ਝੋਨਾ, ਮੱਕੀ, ਸੂਰਜਮੁਖੀ, ਸਰੋਂ ਜਾਂ ਆਪਣੇ ਹੋਰ ਫਸਲਾਂ ਆਉਂਦੀਆਂ, ਨਰਮਾ ਆਉਂਦਾ, ਉੱਥੇ ਮਲਬੇ 'ਚ ਕਪਾਹ ਆਉਂਦੀ ਆ, ਇਹ ਫਸਲਾਂ ਆਉਂਦੀਆਂ ਸੀਗੀਆਂ। ਜੇ ਮੰਡੀਆਂ ਨੂੰ ਵੀ ਤੁਸੀਂ ਰੋਲਤਾ, ਮੰਡੀਆਂ 'ਚ ਵੀ ਤੁਸੀਂ ਕਰਪਸ਼ਨ ਲੈ ਆਂਦੀ, ਮੰਡੀਆਂ ਦਾ ਸਿਸਟਮ ਵੀ ਤੁਸੀਂ ਉਜਾੜਤਾ, ਤੇ ਫਿਰ ਭਲਿਓ ਲੋਕੋ ਹੋਰ ਕੀ ਛੱਡੋਗੇ ਪੰਜਾਬ ਵਾਸਤੇ। ਸਰ ਤੁਸੀਂ ਨੂਰਮਹਿਲ ਦੀ ਮੰਡੀ ਦੇ ਵਿੱਚ ਖੜੇ ਹੋ, ਦੇਖ ਸਕਦੇ ਹਾਂ ਕਿ ਇੱਥੇ ਕਾਫੀ ਜਿਹੜਾ ਐਤਕੀ ਕਣਕ ਦਾ ਸੀਜ਼ਨ ਲੰਬਾ ਹੋ ਗਿਆ, ਸੋ ਕਿਸਾਨ ਵੀ ਬੜੀ ਦਿੱਕਤ ਦੇ ਵਿੱਚ ਆ। ਸੋ ਜਾਂਦੇ ਜਾਂਦੇ ਉਹਨਾਂ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ? ਕਿਸਾਨ ਤਾਂ ਜੀ ਬਹੁਤ ਜ਼ਿਆਦਾ ਆਪਣੇ ਕਹਿ ਲਓ ਹੱਡ ਭੰਨਣੀ ਮਿਹਨਤ ਕਰਦਾ, ਉਹਨੂੰ 4, 5, 6 ਮਹੀਨੇ ਆਪਣੇ ਬਾਅਦ ਉਹਦੀ ਜਿਹੜੀ ਮਿਹਨਤ ਦਾ ਫਲ ਮਿਲਦਾ, ਤੇ ਫਿਰ ਆਪਣਾ ਉਹਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਕਰਦਾ। ਉਹ ਠੀਕ ਆ, ਆਪਣੇ ਲੋਕਾਂ ਦੇ ਢਿੱਡ ਵੀ ਭਰਦਾ ਕਿਸਾਨ। ਆ ਜਿਹੜੀ ਕਣਕ ਆ ਸਾਰੇ ਹਿੰਦੁਸਤਾਨ ਜਾਣੀ ਆ, ਜੋ ਲਿਫਟ ਹੋ ਗਈ, ਲੋਕਾਂ ਨੇ ਖਾਣੀ ਆ ਕਣਕ। ਇਹ ਆਪਣੇ ਦੇਸ਼ ਦੇ ਜਿਹੜੀ ਹੈਗੀ ਭੁੱਖਮਰੀ ਪੰਜਾਬ ਦੇ, ਹਰਿਆਣੇ ਦੇ, ਯੂਪੀ ਦੇ ਕਿਸਾਨਾਂ ਨੇ ਦੂਰ ਕਰਤੀ। ਕਿਸਾਨੀ ਅੰਦੋਲਨ ਚੱਲ ਰਿਹਾ ਉੱਥੇ ਯੂਪੀ ਵਿੱਚ, ਆਪਾਂ ਸਾਰਿਆਂ ਨੂੰ, ਸਾਰੀ ਦੁਨੀਆ ਨੂੰ ਪਤਾ, ਇਕੱਲੇ ਆਪਾਂ ਨੂੰ ਨਹੀਂ, ਸਾਰੀ ਦੁਨੀਆ ਨੂੰ ਪਤਾ ਕਿ ਐਡਾ ਸ਼ਾਂਤਮਈ, ਐਡਾ ਲੰਬਾ, ਐਡਾ ਵੱਡਾ ਅੰਦੋਲਨ, ਜਨ ਅੰਦੋਲਨ ਜਿਹੜਾ ਕਿਸਾਨਾਂ ਨੇ ਚਲਾਇਆ, ਉਹ ਵੀ ਆਪਣੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਤਾਂ ਉਹਨਾਂ ਨੂੰ ਉਸ ਅੰਦੋਲਨ ਨੂੰ ਆਪਣੇ ਸਿਰੇ ਚਾੜਨਾ ਚਾਹੀਦਾ ਸੀਗਾ। ਉਹ ਕਿਸਾਨ ਉੱਥੋਂ ਆਪਣੇ ਘਰਾਂ ਨੂੰ ਵਾਪਸ ਆਉਣ, ਜੋ ਕਿਸਾਨ ਮੰਗਦੇ ਨੇ ਉਹਨਾਂ ਦੀ ਮੰਗਾਂ ਪ੍ਰਵਾਨ ਕਰਨੀਆਂ ਚਾਹੀਦੀਆਂ ਕੇਂਦਰ ਸਰਕਾਰ ਨੂੰ। ਪਰ ਹੁਣ ਕਿਸਾਨ ਕੀ ਕਰੇ ਵਿਚਾਰਾ, ਕਿਸਾਨ ਤਾਂ ਮਜਬੂਰ ਆ। ਕਿਸਾਨ ਕੋਲ ਅੱਜ ਪੈਸੇ ਨਹੀਂ ਆ ਰਹੇ, ਕਿਸਾਨ ਦੀ ਲਿਫਟਿੰਗ ਨਹੀਂ ਹੋ ਰਹੀ ਆ। ਕਿੰਨੇ ਹੁਣ ਜਿਹੜੇ ਢੇਰ ਲੱਗੇ ਆ ਕਣਕ ਦੇ, ਜਿਹੜੇ ਇਹ ਭਰੇ ਨਹੀਂ, ਬਿਕੋਜ਼ ਬਾਰਦਾਨਾ ਹੈ ਨਹੀਂਗਾ। ਜਿਹੜਾ ਪਲਾਸਟਿਕ ਦਾ ਬਾਰਦਾਨਾ, ਉਹ 'ਚ ਜਦੋਂ ਸਿੱਲ ਆ ਜਾਂਦੀ ਹੈ, ਕਣਕ ਖਰਾਬ ਹੋ ਜਾਂਦੀ ਆ, ਉਹਨੂੰ ਪਲਟੀ ਮਾਰਨਗੇ, ਉਹਨੂੰ ਸੁਕਾਉਣਗੇ, ਕੀ ਕਰਨਗੇ? ਅਲਟੀਮੇਟਲੀ ਨੁਕਸਾਨ ਕਿਹਦਾ? ਸਟੇਟ ਦਾ, ਸਰਕਾਰ ਦਾ ਨੁਕਸਾਨ ਆ। ਕਿਸਾਨ ਤਾਂ ਵਿਚਾਰਾ ਧੱਕੇ ਖਾ ਕੇ ਘਰਾਂ ਨੂੰ ਚਲ ਜਾਂਦਾ ਮਿਹਨਤ ਕਰਕੇ ਆਪਣੀ, ਲੇਕਿਨ ਕਿਸਾਨ ਦੀ ਹੱਕ ਦੀ ਕਮਾਈ, ਉਹਦੀ ਕਿਰਤ, ਉਹਦਾ ਪੱਲੇ ਪੈਣੇ ਚਾਹੀਦੇ ਆ, ਉਹਨੂੰ ਉਹਦਾ ਮੁੱਲ ਮਿਲਣਾ ਚਾਹੀਦਾ ਆ, ਤਾਂ ਕਿ ਕਿਸਾਨ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਆਪਾਂ ਸਾਰੇ ਜਾਣਦੇ ਹਾਂ ਕਿ ਕੋਵਿਡ ਦੀ ਜਿਹੜੀ ਮਹਾਮਾਰੀ ਆ, ਉਹ ਬਹੁਤ ਵੱਡੇ ਪੱਧਰ 'ਤੇ ਫੈਲ ਗਈ ਆ ਸਾਰੀ ਦੁਨੀਆ 'ਚ ਤੇ ਹਿੰਦੁਸਤਾਨ ਵਿੱਚ ਵੀ। ਆਪਾਂ ਸਾਰੇ ਸਮਝਦੇ ਸੀ ਹਿੰਦੁਸਤਾਨੀ ਕਿ ਆਪਾਂ ਕੋਵਿਡ ਦੀ ਜਿਹੜੀ ਪਹਿਲੀ ਵੇਵ ਆ, ਉਹਦੇ 'ਚੋਂ ਆਪਾਂ ਬਚ ਕੇ ਨਿਕਲ ਗਏ ਆ, ਆਪਣੇ ਦੇਸ਼ ਦਾ ਨੁਕਸਾਨ ਘੱਟ ਹੋਇਆ। ਤੇ ਬੜੀ ਖੁਸ਼ੀ ਸਾਰਿਆਂ ਨੂੰ ਕਿ ਸਾਰੀ ਦੁਨੀਆ ਹਜੇ ਵੀ ਕੋਵਿਡ ਦੇ ਥੱਲੇ ਸੀਗੀ। ਆਪਣੇ ਦਸੰਬਰ, ਜਨਵਰੀ, ਫੈਬਰਵਰੀ, ਮਾਰਚ ਤੱਕ, ਤੇ ਆਪਣੇ ਬਾਹਰਲੇ ਵਿਦੇਸ਼ਾਂ ਵਿੱਚ, ਇੰਗਲੈਂਡ ਵਿੱਚ, ਅਮਰੀਕਾ 'ਚ, ਕੈਨੇਡਾ 'ਚ ਲਾਕਡਾਊਨ ਸੀਗਾ, ਆਪਣੇ ਸਾਰਾ ਕੁਝ ਖੁੱਲ੍ਹ ਗਿਆ ਸੀਗਾ। ਤੇ ਇੱਥੋਂ ਤੱਕ ਕਿ ਵੱਡੀਆਂ ਵੱਡੀਆਂ ਰੈਲੀਆਂ ਹੋਈਆਂ, ਐਡਾ ਲੰਬੇ ਪ੍ਰੋਗਰਾਮ ਇਲੈਕਸ਼ਨਾਂ ਦੇ ਹੋਏ, ਬੰਗਾਲ ਦੇ ਹੋਏ ਜਾਂ ਅਸਾਮ ਦੇ ਹੋਏ ਜਾਂ ਕੇਰਲਾ ਦੇ ਹੋਏ, ਤੇ ਫਿਰ ਆਪਣੇ ਕੁੰਭ ਦਾ ਮੇਲਾ ਵੀ ਲੱਗਾ, ਹੋਰ ਜੋੜ ਮੇਲੇ ਲੱਗੇ, ਕਰਕੇ ਸਾਰਿਆਂ ਨੂੰ ਆਸ ਸੀ ਵੀ ਹੁਣ ਕੋਵਿਡ ਤੋਂ ਛੁਟਕਾਰਾ ਮਿਲ ਗਿਆ। ਪਰ ਅਸੀਂ ਸਾਰੇ ਆਪਣੇ ਸੰਗਤ ਨੂੰ, ਆਪਣੇ ਬਜ਼ੁਰਗਾਂ, ਵੀਰਾਂ, ਮਾਤਾਵਾਂ, ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਨਿਮਰਤਾ ਨਾਲ ਅਪੀਲ ਕਰਦੇ ਹਾਂ ਕਿ ਕੋਵਿਡ ਨਹੀਂ ਗਿਆ ਕਿਤੇ ਹਜੇ। ਪਹਿਲੀ ਗੱਲ ਤਾਂ ਸਾਰਿਆਂ ਨੂੰ ਟੀਕਾ ਲਵਾਉਣਾ ਚਾਹੀਦਾ, ਆਪਣੀ ਵੈਕਸੀਨ ਲਵਾਓ। ਜਿਹਦੀ ਵਾਰੀ ਆਉਂਦੀ ਉਸ ਹਿਸਾਬ ਨਾਲ ਵੈਕਸੀਨ ਤੋਂ ਨਹੀਂ ਪਿੱਛੇ ਹਟਣਾ ਚਾਹੀਦਾ। ਜੇ ਵੈਕਸੀਨ ਲੱਗੀ ਹੋਊਗੀ, ਆਪਾਂ ਕਰੋਨਾ ਦਾ ਮੁਕਾਬਲਾ ਕਰਨ ਵਾਸਤੇ ਆਪਣਾ ਜਿਹੜੀ ਸਰੀਰ ਆ ਉਹ ਤਕੜਾ ਰਹੂਗਾ, ਕਾਇਮ ਰਹੂਗਾ, ਉਹਦੇ ਵਿੱਚ ਤੱਤ ਪੈਦਾ ਹੋਣਗੇ ਜਿਹਨੂੰ ਆਪਾਂ ਐਂਟੀਬੋਡੀਜ਼ ਕਹਿੰਦੇ ਆ। ਤਾਂ ਸਭ ਨੂੰ ਆਪਣੇ ਵੈਕਸੀਨ ਲਵਾਉਣੀ ਚਾਹੀਦੀ ਆ। ਅਗਲੀ ਗੱਲ, ਜਿਹੜੀਆਂ ਹਦਾਇਤਾਂ ਸਰਕਾਰ ਬਾਰ-ਬਾਰ ਆਪਾਂ ਨੂੰ ਦੱਸਦੀ ਆ, ਉਹਨਾਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਆ। ਭਾਈ ਸਭ ਨੂੰ ਵੱਡੇ ਇਕੱਠਾਂ 'ਚ ਨਾ ਜਾਈਏ, ਤੇ ਆਪਾਂ ਦੂਰੀ ਬਣਾ ਕੇ ਰੱਖੀਏ, ਮਾਸਕ ਪਾ ਕੇ ਰੱਖੀਏ, ਹੱਥ ਵੀ ਧੋਈਏ, ਤੇ ਆਪਾਂ ਸਾਰੇ ਆਪਣਾ ਵੀ ਬਚਾਅ ਕਰੀਏ, ਤੇ ਉਹਦੇ ਨਾਲ ਆਪਾਂ ਦੂਸਰਿਆਂ ਦਾ ਵੀ ਬਚਾਅ ਕਰੀਏ। ਤੇ ਉਮੀਦ ਕਰਦੇ ਹਾਂ ਕਿ ਸਾਰੇ ਆਪਾਂ ਅਹਤਿਆਤ ਰੱਖਾਂਗੇ, ਸੰਜਮ ਵਰਤਾਂਗੇ, ਤੇ ਕੋਵਿਡ ਦੀਆਂ ਜਿਹੜੀਆਂ ਗਾਈਡਲਾਈਨਸ ਆ ਪੰਜਾਬ ਸਰਕਾਰ ਦੀਆਂ, WHO ਦੀਆਂ, ਉਹਨੂੰ ਆਪਾਂ ਮੰਨਾਂਗੇ। ਕਿੱਥੋਂ ਤੱਕ ਹਾਲਾਤ ਚੱਲ ਗਏ ਕਿ ਆਪਾਂ ਨੂੰ ਆਕਸੀਜਨ ਨਹੀਂ ਮਿਲ ਰਹੀ, ਆਪਾਂ ਨੂੰ ICU ਬੈੱਡ ਨਹੀਂ ਮਿਲ ਰਹੇ, ਆਪਾਂ ਨੂੰ ਜਿਹੜੇ ਟੀਕੇ ਰੈਮਡੈਸਿਵਿਰ ਉਹ ਨਹੀਂ ਮਿਲ ਰਿਹਾ, ਜਾਂ ਹੋਰ ਜਿਹੜੀਆਂ ਜ਼ਰੂਰੀ ਦਵਾਈਆਂ ਨੇ ਕੋਵਿਡ ਵਾਸਤੇ ਕੰਮ ਆਉਂਦੀਆਂ, ਉਹਦੀ ਘਾਟ ਆ ਗਈ ਆਪਣੇ ਦੇਸ਼ ਵਿੱਚ। ਚਲੋ ਉਹ ਤਾਂ ਸਰਕਾਰਾਂ ਦੀ ਜ਼ਿੰਮੇਵਾਰੀ ਆ, ਉਸ ਘਾਟ ਨੂੰ ਦੂਰ ਕਰਨਗੇ, ਪਰ ਹੋਣਾ ਨਹੀਂ ਸੀ ਚਾਹੀਦਾ। ਆਕਸੀਜਨ ਦੀ ਘਾਟ ਕਰਕੇ ਹਿੰਦੁਸਤਾਨ ਵਿੱਚੋਂ ਕੋਈ ਵੀ ਜਾਨ ਨਹੀਂ ਸੀ ਗੁਆਚਣੀ ਚਾਹੀਦੀ। ਜਿਨ੍ਹਾਂ ਦੀ ਜਾਨਾਂ ਚੱਲ ਗਈਆਂ, ਵਿਚਾਰੇ ਬਹੁਤ ਰੋਂਦੇ ਨੇ, ਵਿਰਲਾਪ ਕਰਦੇ ਨੇ। ਉਸ ਦਾ ਸਾਨੂੰ ਬੜਾ ਦੁੱਖ ਆਉਂਦਾ ਕਿ ਜਿਸ ਦੇਸ਼ ਦੇ ਅਸੀਂ ਵਸਿੰਦੇ ਆ, ਉਸ ਦੇਸ਼ ਦੀ ਸਰਕਾਰ ਕੋਲੋਂ, ਚਾਹੇ ਸੈਂਟਰ ਦੀ ਸਰਕਾਰ ਹੋਵੇ, ਕਿਸੇ ਸੂਬੇ ਦੀ ਹੋਵੇ, ਉਹਨਾਂ ਕੋਲੋਂ ਆਕਸੀਜਨ ਦਾ ਪ੍ਰਬੰਧ ਵੀ ਨਹੀਂ ਹੋਇਆ। ਤੇ ਉਹਦੇ ਕਰਕੇ ਜਿਹੜੇ ਪੇਸ਼ੈਂਟ ਸੀਗੇ ਕੋਵਿਡ ਪੋਜ਼ਿਟਿਵ, ਉਹਨਾਂ ਨੂੰ ਬਹੁਤ ਮੁਸ਼ਕਲਾਂ ਆਈਆਂ। ਦਿੱਲੀੋਂ ਲੋਕ ਇੱਥੇ ਆ ਰਹੇ ਆ ICU ਬੈੱਡਸ ਲੈਣ ਵਾਸਤੇ, ਕੋਈ ਬਠਿੰਡੇ ਆ ਰਿਹਾ, ਕੋਈ ਮੋਹਾਲੀ ਆ ਰਿਹਾ, ਕੋਈ ਜਲੰਧਰ ਆ ਰਿਹਾ, ਕੋਈ ਅੰਮ੍ਰਿਤਸਰ ਆ ਰਿਹਾ। ਸੋ ਪਰ ਇਹ ਸਾਰਿਆਂ ਵਾਸਤੇ ਬੜਾ ਖਤਰਾ ਆ ਅਜੇ, ਤੇ ਖਤਰਾ ਟਲਿਆ ਨਹੀਂ। ਅੱਗੇ ਖਤਰਾ ਘੱਟ ਸੀ ਪਿਛਲੇ ਸਾਲ, ਤੇ ਆਪਾਂ ਸਾਰੇ ਬਹੁਤ ਜ਼ਿਆਦਾ ਘਬਰਾਏ ਹੋਏ ਸੀਗੇ। ਹੁਣ ਖਤਰਾ ਜ਼ਿਆਦਾ, ਤੇ ਆਪਾਂ ਅਵੇਸਲੇ ਹੋ ਗਏ ਆ। ਸੋ ਜਿੱਦਾਂ ਦਾ ਖਤਰਾ ਆ, ਉਹਦੇ ਮੁਤਾਬਕ ਆਪਾਂ ਸਾਰਿਆਂ ਨੂੰ ਆਪਣੇ ਆਪ ਨੂੰ ਜਿਹੜਾ ਤਿਆਰ ਕਰਨਾ ਚਾਹੀਦਾ, ਬਚਾਅ ਕਰਨਾ ਚਾਹੀਦਾ।
ਜੇ ਨਹੀਂ ਲੋੜ ਆਪਾਂ ਨੂੰ ਕਿਤੇ ਸ਼ਹਿਰ ਜਾਣ ਦੀ ਲੋੜ ਨਹੀਂ, ਕਿਤੇ ਬਾਹਰ ਆਉਣ ਦੀ ਲੋੜ ਨਹੀਂ। ਜੇ ਆਪਾਂ ਨੂੰ ਕੰਮ ਨਹੀਂ ਹੈਗਾ ਤਾਂ ਕਿ ਆਪਾਂ ਸਾਰੇ ਆਪੋ ਆਪਣਾ ਬਚਾਅ ਕਰੀਏ, ਆਪਣੇ ਪਰਿਵਾਰਾਂ ਦਾ ਬਚਾਅ ਕਰੀਏ ਤੇ ਐਵੇਂ ਜਿਵੇਂ ਦੁਨੀਆ ਦਾ ਬਚਾਅ ਹੋਊਗਾ। ਸੋ ਇਹ ਸਾਡੀ ਤੁਹਾਨੂੰ ਸਾਰਿਆਂ ਨੂੰ ਪੁਰਜ਼ੋਰ ਬੇਨਤੀ ਆ, ਨਿਮਰਤਾ ਸਹਿਤ ਅਪੀਲ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।